ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 26ਵਾਂ। ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਪਰੋਕਤ ਪਿਛਲੇ ਭਾਗ ਵਾਲੇ ਇਹ ਸਭ ਬਚਨ ਕਹੇ ਅਤੇ ਜਦ ਸਿੱਖਾਂ ਨੇ ਸੁਣੇ ਤਦ ਬਹੁਤ ਸਾਰੇ ਬ੍ਰਾਹਮਣ ਅਤੇ ਛਤਰੀ ਉੱਠ ਖੜੇ ਹੋਏ ਅਤੇ ਆਖਣ ਲੱਗੇ ਕਿ ਅਸੀਂ ਗੁਰੂ ਨਾਨਕ ਅਤੇ ਦੂਸਰੇ ਗੁਰੂਆਂ ਦੇ ਧਰਮ ਦੇ ਕਾਇਲ ਹਾਂ ਅਤੇ ਜੋ ਮਜ਼ਹਬ ਵੇਦ ਸ਼ਾਸਤਰ ਦੇ ਉਲਟ ਹੈ ਉਸ ਨੂੰ ਹਰਗਿਜ਼ ਨਹੀਂ ਮੰਨਾਂਗੇ ਔਰ ਉਸ ਪੁਰਾਣੇ ਧਰਮ ਨੂੰ ਜੋ ਵੱਡਿਆਂ ਦੇ ਵੇਲੇ ਤੋਂ ਚੱਲਿਆ ਆਉਂਦਾ ਹੈ ਇੱਕ ਬਾਲਕ ਦੇ ਆਖੇ ਨਹੀਂ ਛੱਡਾਂਗੇ। ਭਾਵੇਂ ਬਹੁਤ ਆਦਮੀ ਇਨਕਾਰੀ ਹੋ ਗਏ ਪਰੰਤੂ ਫਿਰ ਵੀ 1000 ਆਦਮੀਆਂ ਨੇ ਖੜੇ ਹੋ ਕੇ ਆਖਿਆ ਕਿ ਅਸੀਂ ਗੁਰੂ ਜੀ ਦੀ ਆਗਿਆ ਪਰ ਖੁਸ਼ੀ ਹਾਂ, ਜਿਸ ਤੇ ਉਹ ਸ਼ਰਧਾਲੂ ਹੋ ਗਏ। ਇਹ ਦੂਸਰੇ ਮਜ਼ਹਬ ਵਾਲੇ ਦੀ ਗਵਾਹੀ ਸਾਨੂੰ ਅੱਛੀ ਤਰ੍ਹਾਂ ਦੱਸਦੀ ਹੈ ਕਿ ਅੰਮ੍ਰਿਤ ਛਕਾਉਣ ਅਤੇ ਪੰਥ ਸਾਜਣੇ ਦੇ ਸਮੇਂ ਪਰ ਕਲਗੀਧਰ ਜੀ ਮਹਾਰਾਜ ਨੇ ਉਸ ਸਮੇਂ ਬੇਸ਼ੁਮਾਰ ਆਦਮੀਆਂ ਵਿੱਚ ਕਿਸ ਤਰ੍ਹਾਂ ਵੱਡੇ ਜ਼ੋਰ ਨਾਲ ਆਪਣਾ ਹੁਕਮ ਸੁਣਾਇਆ ਸਾ, ਜਿਸ ਵਿੱਚ ਅੱਛੀ ਤਰ੍ਹਾਂ ਪ੍ਰਗਟ ਕਰ ਦਿੱਤਾ ਸਾ ਕਿ ਤੁਸੀਂ ਹਿੰਦੂ ਧਰਮ ਨੂੰ ਉਸ ਦੇ ਵੇਦ ਸ਼ਾਸਤਰਾਂ ਸਮੇਤ ਇੱਕੋ ਵਾਰ ਛੱਡ ਦੇਵੋ ਔਰ ਚਾਰੇ ਵਰਨਾਂ ਦਾ ਰਸਤਾ ਮੇਟ ਕੇ ਇੱਕੋ ਜਿਹੇ ਭਾਈ ਬਣ ਕੇ ਇੱਕ ਥਾਲ ਵਿੱਚ ਭੋਜਨ ਛਕੋ। ਇਸੇ ਤਰ੍ਹਾਂ ਰਾਮ ਕਿਸ਼ਨ ਅਤੇ ਦੇਵੀ ਆਦਿਕ ਕਾ ਮੰਨਣਾ ਛੱਡ ਕੇ ਕੇਵਲ ਗੁਰੂਆਂ ਪਰ ਭਰੋਸਾ ਰੱਖੋ। ਇਸ ਵਾਸਤੇ ਸਾਫ਼ ਪਾਇਆ ਜਾਂਦਾ ਹੈ ਕਿ ਜੇ ਗੁਰੂ ਜੀ ਮਹਾਰਾਜ ਦੇਵੀ ਦਾ ਪੂਜਨ ਕਰਦੇ ਔਰ ਉਸ ਤੇ ਵਰ ਮੰਗਦੇ ਤਾਂ ਜ਼ਰੂਰੀ ਸਾ ਕਿ ਆਖਦੇ ਜੋ ਤੁਸੀਂ ਦੇਵੀ ਦਾ ਪੂਜਨ ਕਰਨਾ, ਪਰੰਤੂ ਦੂਸਰੇ ਮਜ਼ਹਬ ਵਾਲੇ ਦੀ ਤਾਰੀਖ ਇਸ ਬਾਤ ਦੀ ਬਿਨਾਂ ਕਿਸੇ ਪੱਖਪਾਤ ਦੇ ਗਵਾਹੀ ਦਿੰਦੀ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਦੇਵੀ ਦੇ ਪੂਜਨ ਤੇ ਹਟਾਇਆ ਸਾ। ਦੋਹਰਾ ਪੜਿਆ ਵਿੱਚ ਤਾਰੀਖ ਦੇ ਜੋ ਗੁਰੂ ਦਾ ਫਰਮਾਨ ਦੇਵੀ ਦੇਵ ਨਾ ਪੂਜਣਾ ਚਾਹੀਏ ਪੰਥ ਸੁਜਾਨ। ਹੁਣ ਤਾਂ ਤੇਰੇ ਮਨ ਵਿਖੇ ਹੋਏ ਗਿਆ ਵਿਸ਼ਵਾਸ, ਗੁੱਦੇ ਦੇਵੀ ਮੰਨਣੋਂ ਟੁੱਟ ਗਈ ਹੈ ਆਸ। ਦੁਰਗਾ ਭਗਤ। ਦੋਹਰਾ ਮੈਂ ਸਾਰਾ ਸੁਣ ਲਿਆ ਹੈ ਜੋ ਦੱਸਿਆ ਤੈਂ ਹਾਲ, ਪਰ ਇਹ ਹਵਨ ਕਰਾਨ ਵਿੱਚ ਕਿਆ ਸੀ ਗੁਰੂ ਦਾ ਖਿਆਲ। ਇਤਨਾ ਚਿਰ ਮਾਗਾ ਪਿਆ ਨੈਣਾ ਦੇਵੀ ਜਾਏ, ਜੰਤਰ ਮੰਤਰ ਵੇਦ ਵਿਦ ਕਿਉਂ ਕੀਨੀ ਜਗ ਰਾਏ। ਭਾਵੇਂ ਮੈਂ ਇਹ ਸਾਰਾ ਹਾਲ ਜੋ ਸਿੱਧ ਕਰਦਾ ਹੈ ਕਿ ਗੁਰੂ ਜੀ ਨੇ ਦੇਵੀ ਦਾ ਆਰਾਧਨ ਨਹੀਂ ਕੀਤਾ ਸੋ ਸੁਣ ਲੀਤਾ ਹੈ, ਪਰੰਤੂ ਫਿਰ ਵੀ ਇਹ ਸੰਸ਼ੈ ਜ਼ਰੂਰ ਪੈਦਾ ਹੁੰਦਾ ਹੈ ਕਿ ਜੇ ਮਹਾਰਾਜ ਦਾ ਆਪਣਾ ਨਿਸ਼ਚਾ ਨਹੀਂ ਸਾ ਤਾਂ ਇਤਨਾ ਚਿਰ ਬ੍ਰਾਹਮਣਾਂ ਨੂੰ ਇਕੱਠੇ ਕਰਕੇ ਹਵਨ ਕਿਉਂ ਕਰਾਇਆ ਅਰ ਜੰਤਰ ਮੰਤਰ ਅਤੇ ਵੇਦ ਵਿਧੀ ਨਾਲ ਸਾਰੀ ਮਰਿਆਦਾ ਕਿਸ ਵਾਸਤੇ ਕੀਤੀ ਅਰ ਕਈ ਲੱਖ ਰੁਪਈਆ ਵਿਅਰਥ ਕਿਉਂ ਖਰਚ ਕੀਤਾ। ਇਸ ਖਿਆਲ ਤੇ ਫਿਰ ਇਹੋ ਨਿਸ਼ਚਾ ਹੁੰਦਾ ਹੈ ਕਿ ਜ਼ਰੂਰ ਗੁਰੂ ਮਹਾਰਾਜ ਦਾ ਦੇਵੀ ਪ੍ਰਗਟ ਕਰਨ ਦਾ ਮਨੋਰਥ ਸੀ। ਤਤ ਖਾਲਸਾ। ਦੋਹਰਾ ਦੁਰਜਨ ਤੋਖ ਨਿਆਏ ਤੇ ਜਦ ਤੂੰ ਦੇਖੇ ਮਿਤ, ਤਦ ਇਹ ਸਾਰੀ ਕਲਪਤਾ ਮੇਟ ਦਏਗਾ ਚਿਤ। ਭਾਵ ਦੁਰਜਨ ਤੋਖ ਨਿਆਏ ਉਸ ਨੂੰ ਆਖਦੇ ਹਨ ਕਿ ਜਦ ਕਿਸੇ ਸ਼ਤਰੂ ਜਾਂ ਪ੍ਰਤੀਪੱਖੀ ਨਾਲ ਮੁਕਾਬਲਾ ਹੋਵੇ ਤਦ ਉਸ ਨੂੰ ਆਨੰਦ ਕਰਨ ਲਈ ਉਸ ਦਾ ਵਾਰ ਪਹਿਲਾਂ ਕਰਨਾ ਅੰਗੀਕਾਰ ਕੀਤਾ ਜਾਏ, ਜਾਂ ਉਸ ਨੂੰ ਇਹ ਕਿਹਾ ਜਾਏ ਕਿ ਜੋ ਤੇਰੀ ਇੱਛਾ ਹੈ ਸੋ ਤੂੰ ਕਰ ਲੈ ਔਰ ਫਿਰ ਮਗਰੋਂ ਅਸੀਂ ਆਪਣੀ ਇੱਛਾ ਕਰਾਂਗੇ। ਇਸ ਵਾਸਤੇ ਇਸ ਜਗ੍ਹਾ ਪਰ ਵੀ ਗੁਰੂ ਜੀ ਨੇ ਉਹਨਾਂ ਪ੍ਰਤੀ ਜਾਂ ਉਹਨਾਂ ਪ੍ਰਤਪੱਖੀ ਬ੍ਰਾਹਮਣਾਂ ਨੂੰ ਜੋ ਆਖਦੇ ਸੀ ਕਿ ਮੰਤਰਾਂ ਜੰਤਰਾਂ ਵਿੱਚ ਸਿੱਧ ਹੈ ਔਰ ਉਹਨਾਂ ਦੇ ਬਲ ਤੇ ਦੇਵਤਾ ਪ੍ਰਤੱਖ ਹੋ ਜਾਂਦਾ ਹੈ, ਜਿਸ ਨੂੰ ਗੁਰੂ ਜੀ ਨਹੀਂ ਮੰਨਦੇ ਸੀ ਸੋ ਪੂਰਾ ਕਰਕੇ ਦਿਖਾਇਆ ਸਾ। ਜਿਸ ਪਰ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਰੀ ਸਮੱਗਰੀ ਸਾਥੋਂ ਲੇਵੋ ਔਰ ਜਿਸ ਤਰ੍ਹਾਂ ਮਨ ਭਾਵੇ ਸੋ ਕਰੋ, ਪਰੰਤੂ ਸਾਨੂੰ ਦੇਵਤਾ ਪ੍ਰਤੱਖ ਕਰਕੇ ਦਿਖਾਓ।
ਗੁਰੂ ਜੀ ਦਾ ਕੇਵਲ ਇਤਨਾ ਹੀ ਖਿਆਲ ਸਾ ਕਿ ਜਿਸ ਦਾ ਫਲ ਬ੍ਰਾਹਮਣਾਂ ਦਾ ਸਦਾ ਦੇ ਲਈ ਤਿਆਗ ਅਤੇ ਦੇਵੀ ਦੇਵਤੇ ਆਦਿ ਦੇ ਪੂਜਣ ਤੋਂ ਖਾਲਸਾ ਦਾ ਰੋਕਣਾ ਸੀ। ਇਸ ਤੇ ਸਿੱਧ ਹੁੰਦਾ ਹੈ ਕਿ ਜੋ ਗੁਰੂ ਜੀ ਦਾ ਆਪਣਾ ਮਨੋਰਥ ਦੇਵੀ ਜਾਂ ਕਿਸੇ ਦੇਵਤੇ ਦੇ ਪੂਜਣ ਦਾ ਨਹੀਂ ਸਾ, ਕੇਵਲ ਬ੍ਰਾਹਮਣਾਂ ਦਾ ਜੋ ਪ੍ਰਗਟ ਕਰਨ ਦਾ ਦਾਅਵਾ ਕਰਦੇ ਸਨ, ਗੁਮਾਨ ਤੋੜ ਕੇ ਉਹਨਾਂ ਨੂੰ ਝੂਠੇ ਕਰਨਾ ਸਾ। ਦੁਰਗਾ ਭਗਤ ਦੋਹਰਾ ਏਕ ਇਕੁਰ ਤੂੰ ਜਾਣਦਾ, ਬ੍ਰਾਹਮਣ ਕਰਨ ਵਿਖਾਦ, ਮੰਤਰ ਜੰਤਰ ਗੁਰੂ ਜੀ ਆਖਣ ਝੂਠ ਵਿਵਾਦ। ਭਾਵ ਤੇਰੇ ਇਸ ਕਥਨ ਦਾ ਕੋਈ ਵੀ ਸਬੂਤ ਨਹੀਂ ਹੈ ਜੋ ਗੁਰੂ ਜੀ ਨਾਲ ਬ੍ਰਾਹਮਣ ਦੇਵਤੇ ਦੇ ਪੂਜਨ ਪਰ ਝਗੜਦੇ ਹੁੰਦੇ ਸਨ ਔਰ ਜੰਤਰਾਂ ਨਾਲ ਪ੍ਰਤੱਖ ਕਰਨ ਦਾ ਇਕਰਾਰ ਕਰਦੇ ਸਨ, ਪਰੰਤੂ ਗੁਰੂ ਜੀ ਇਸ ਨੂੰ ਝੂਠਾ ਜਾਣਦੇ ਸਨ। ਇਸ ਬਾਤ ਦਾ ਨਾ ਤਾਂ ਕਿਸੇ ਗੁਰਬਿਲਾਸ ਵਿੱਚ ਹੀ ਜਾਂ ਇਹ ਬਾਤ ਨਾ ਤਾਂ ਕਿਸੇ ਗੁਰਬਿਲਾਸ ਵਿੱਚ ਹੀ ਲਿਖੀ ਹੈ ਅਤੇ ਨਾ ਦਸਮ ਗ੍ਰੰਥ ਵਿੱਚ ਹੀ ਪਾਈ ਜਾਂਦੀ ਹੈ, ਜਿਸ ਤੇ ਪ੍ਰਤੀਤ ਹੁੰਦਾ ਹੈ ਕਿ ਇਹ ਤੇਰਾ ਹੀ ਮਨ ਕਲਪਤ ਢੰਗਾ ਲਾਇਆ ਹੋਇਆ ਹੈ, ਜਿਸ ਤੇ ਮੰਨਣੇ ਦੇ ਯੋਗ ਨਹੀਂ ਹੈ। ਤਤ ਖਾਲਸਾ ਦੋਹਰਾ ਮੈਂ ਮਨ ਢੰਗੇ ਲਾਏ ਕੇ ਕਿਆ ਲੈਣਾ ਹੈ ਤੂੰ ਦੁੱਧ, ਮੈਂ ਤਾਂ ਇਹੋ ਚਾਹੁੰਦਾ ਸ਼ੁੱਧ ਹੋਏ ਤਬ ਬੁੱਧ। ਇਸ ਦਾ ਮਿਲੇ ਸਬੂਤ ਸਭ ਦਸਮ ਗ੍ਰੰਥ ਮੈਂ ਸੱਚ, ਪੜ੍ਹ ਕੇ ਉੱਥੇ ਦੇਖ ਲੈ ਐਵੇਂ ਪਾਇਆ ਨਾ ਕੱਚ ਨਾ ਨੱਚ। ਮੈਂ ਮਨ ਢੰਗੇ ਲਾਏ ਕੇ ਕਿਆ ਲੈਣਾ ਹੈ ਦੁੱਧ, ਮੈਂ ਤਾਂ ਇਹੋ ਚਾਹੁੰਦਾ ਸ਼ੁੱਧ ਹੋਏ ਤਬ ਬੁੱਧ। ਇਸ ਦਾ ਮਿਲੇ ਸਬੂਤ ਸਭ ਦਸਮ ਗ੍ਰੰਥ ਮੈਂ ਸੱਚ, ਪੜ੍ਹ ਕੇ ਉੱਥੇ ਦੇਖ ਲੈ ਐਵੇਂ ਪਿਆ ਨਾ ਨੱਚ। 266 ਦੇਖ ਤੂੰ ਆਪ ਵਿਚਿਤਰ ਜਾਏ, 266 ਦੇਖ ਤੂੰ ਆਪ ਚਰਿਤਰ ਜਾਏ, ਰਾਜਕੁਮਾਰੀ ਤੇ ਗੁਰੂ ਕਿਆ ਕੁਛ ਦਿਆ ਕਹਾਏ। ਭਾਵ ਭਾਈ ਦੁਰਗਾ ਭਗਤ ਜੀ, ਮੈਨੂੰ ਮਨ ਘੜਤ ਬਾਤਾਂ ਆਖ ਕੇ ਕੀ ਲੈਣਾ ਹੈ, ਕਿੰਤੂ ਮੇਰਾ ਤਾਂ ਇਹ ਪ੍ਰਯੋਜਨ ਹੈ ਕਿ ਤੇਰਾ ਸੰਛਾ ਦੂਰ ਹੋ ਕੇ ਨਿਰਮਲ ਬੁੱਧ ਹੋ ਜਾਏ, ਨਹੀਂ ਮੈਂ ਕਜ਼ੀਏ ਵਿੱਚੋਂ ਕਿਆ ਕੱਢਣਾ ਹੈ। ਪਰੰਤੂ ਤੈਂ ਜੋ ਇਹ ਪਰ ਪ੍ਰਮਾਣ ਪੁੱਛਿਆ ਹੈ, ਜੋ ਗੁਰੂ ਬਿਲਾਸਾਂ ਵਿੱਚੋਂ ਦੱਸਣ ਦੀ ਮੈਨੂੰ ਕੋਈ ਇੱਛਾ ਨਹੀਂ ਹੈ, ਇਸ ਵਾਸਤੇ ਮੈਂ ਤੈਨੂੰ ਦਸਵੇਂ ਗੁਰੂ ਜੀ ਮਹਾਰਾਜ ਦੇ ਗ੍ਰੰਥ ਸਾਹਿਬ ਵਿੱਚੋਂ ਹੀ 266ਵਾਂ ਚਰਿੱਤਰ, ਜੋ ਰਾਜ ਕੰਨਿਆ ਨੇ ਇੱਕ ਬ੍ਰਾਹਮਣ ਦੇ ਸ਼ਿਵ ਪੂਜਨ ਅਤੇ ਦੇਵਤਾ ਪ੍ਰਤੱਖ ਹੋਣ ਦੀ ਨਿਖੇਧੀ ਵਿੱਚ ਆਖਿਆ ਹੈ, ਸੋ ਪ੍ਰਗਟ ਕਰਦਾ ਹਾਂ, ਜਿਸ ਦੇ ਪੜਨ ਤੇ ਸਾਫ਼ ਪ੍ਰਗਟ ਹੋ ਜਾਏਗਾ ਜੋ ਦੇਵਤੇ ਦਾ ਪ੍ਰਤੱਖ ਕਰਨਾ ਔਰ ਜੰਤਰ ਮੰਤਰ ਦਾ ਸਾਧਣਾ ਸਭ ਨਿਰੇ ਪਖੰਡ ਹੀ ਹਨ। ਦਸਮ ਗ੍ਰੰਥ 266ਵੇਂ ਚਰਿੱਤਰ ਵਿੱਚੋਂ ਯਥਾ ਵਿਪਰਵਾਜ। ਚੌਪਈ ਕਹਾ ਵਿਪਰ ਸੁਨ ਰਾਜ ਦੁਲਾਰੀ, ਤੈ ਸ਼ਿਵ ਕੀ ਮਹਿਮਾ ਨਾ ਵਿਚਾਰੀ। ਬ੍ਰਹਮਾ ਵਿਸ਼ਨ ਰੁद्र ਜੋ ਦੇਵਾ, ਇਕੱਲੀ ਸਦਾ ਕੀਜੀਏ ਸੇਵਾ। ਤੈ या को न भेव पछाना, महामूढ़ ए भांत बखाना। इनको परम पुरातन जानो, परम पुरख मन में पहचानो। हम हे कुआर विप्र बरत धारी, ऊंच नीच सब के हितकारी। जिसी किसी के मंत्र सिखावै, महाकृपण ते दान करावै। राज सुतावाच ਮੰਤਰ ਦੇਖ ਸਿੱਖ ਆਪਨ ਕਰਨ ਹਿਤ, ਜਯੋਂ ਤਯੋਂ ਭੇਟ ਲੇਤ ਤਾਂਤੇ ਬਿਤ। ਸਤ ਬਾਦ ਤਾਂ ਕੋ ਨਾ ਸਿਖਾਵੋ, ਤਾਂ ਲੋਕ ਪਰ ਲੋਕ ਗਵਾਵੋ। ਸੁਨੋ ਵਿਪਰ ਤੂੰ ਮੰਤਰ ਦੇਤ, ਜੇ ਲੂਟ ਲੇਤ ਤੇ ਘਰ ਵਿਦ ਜੇ ਕੇ। ਤਾਂ ਕੋ ਕਛੂ ਗਿਆਨ ਨਾ ਆਵੈ, ਮੂਰਖ ਆਪਣਾ ਮੂੰਡ ਮੁੰਡਾਵੈ। ਇਹ ਤੁਮ ਕਹੋ ਮੰਤਰ ਸਿਧ ਹੋਇ ਹੈ, ਮਹਾਦੇਵ ਤੋ ਕੋ ਵਰਦਾ ਹੈ। जब ताते न मंत्र होत सिद्ध, तब तुम बचन कहत हो ए सिद्ध। कुछ कर्म तुम तेरा गयो, ताते दर्श न शिवजू दयो। अब तै पुण्य दान दिज कर रहे, पुण्य शिव के मंत्र अनुसर रे। उल्टो दंड तिसी ते लेही, पुण्य ते मंत्र रुद्र को देही।
ਭਾਂਤ ਭਾਂਤ ਤਾਕੋ ਪਟਕਾਵੈ, ਅੰਤ ਬਾਰ ਇੰਪਾਖ ਸੁਨਾਵੈ। ਤੋਤੇ ਕਛੂ ਅਛਰ ਰਹਿ ਗਇਓ, ਕਹਿ ਕੁਛ ਭੰਗ ਕਿਰਿਆ ਮੈਂ ਭਇਓ। ਤਾਂ ਤੈ ਤੋ ਬਰ ਰੁਦਰ ਨਦੀਨਾ, ਪੁੰਨ ਦਾਨ ਚਹੀਅਤ ਪੁਨ ਕੀਨਾ। ਇਹ ਬਿਦ ਮੰਤਰ ਸਿਖਾਵਤ, ਤਾਕੋ ਲੂੜ ਚਹਿਤ ਵਿਪਰ ਕਰ ਜਾ ਕੋ। ਜਬ ਵੈ ਦਰਬ ਰਹਿਤ ਹਵੈ ਜਾਈ, ਔਰ ਧਾਮ ਤਬ ਚਲਤ ਤਕਾਈ। ਦੋਹਰਾ ਮੰਤਰ ਜੰਤਰ ਅਰ ਤੰਤਰ ਸਿਧ, ਜੋ ਇਨ ਮੈਂ ਕੁਛ ਹੋਇਆ। ਹਰ ਜਤ ਹਰ ਜਰਤ ਹਵੈ, ਆਪੈ ਰਹਿ ਮੰਗਤ ਫਿਰਤ ਨ ਕੋਇਆ। ਭਾਵ ਇਸ ਪ੍ਰਸ਼ਨ ਉੱਤਰ ਤੇ ਸਿੱਧ ਹੋ ਗਿਆ ਹੈ ਕਿ ਬ੍ਰਾਹਮਣ ਉਸ ਰਾਜ ਕੰਨਿਆ ਨੂੰ ਇਹ ਭਰਮ ਪਾਉਂਦਾ ਸੀ ਕਿ ਜੋ ਸਾਨੂੰ ਧਨ ਦਿੰਦਾ ਹੈ ਔਰ ਅਸੀਂ ਉਸ ਤੇ ਮੰਤਰ ਜੰਤਰਾਂ ਦਾ ਵਿਧੀਵਤ ਜਾਪ ਕਰਾਉਂਦੇ ਹਾਂ ਤਾਂ ਉਹ ਦੇਵਤੇ ਨੂੰ ਪ੍ਰਤੱਖ ਕਰ ਲੈਂਦਾ ਹੈ। ਇਸ ਵਾਸਤੇ ਜੇ ਰਾਜ ਦੁਲਾਰੀ ਤੂੰ ਇਸ ਭੇਦ ਨੂੰ ਨਹੀਂ ਪਛਾਣਦੀ, ਪਰੰਤੂ ਉਹ ਰਾਜ ਕੰਨਿਆ ਜੋ ਗਿਆਨਵਾਨ ਸੀ, ਉਸਨੇ ਇਸ ਦੇ ਉੱਤਰ ਵਿੱਚ ਇਹੋ ਕਥਨ ਕੀਤਾ ਕਿ ਇਹ ਵਿਪਰ, ਤੁਸੀਂ ਜੋ ਮੰਤਰ ਲੋਕਾਂ ਨੂੰ ਦਿੰਦੇ ਹੋ, ਸੋ ਸਿੱਖ ਬਣਾ ਕੇ ਉਹਨਾਂ ਦੇ ਤੇ ਧਨ ਹੀ ਲੁੱਟਦੇ ਹੋ। ਪਰੰਤੂ ਇਹ ਬ੍ਰਾਹਮਣ, ਜੋ ਤੁਹਾਡੇ ਮੰਤਰ ਜੰਤਰ ਕਹਾਉਂਦਾ ਹੈ, ਉਸ ਨੂੰ ਹੋਰ ਗਿਆਨ ਤਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕਿੰਤੂ ਉਸ ਮੂਰਖ ਦਾ ਸਗੋਂ ਤੁਸੀਂ ਘਰ-ਬਾਰ ਲੁੱਟ ਲੈਂਦੇ ਹੋ। ਕਿਉਂਕਿ ਤੁਸੀਂ ਉਸ ਨੂੰ ਇਹ ਲਾਲਚ ਸਿਖਾਉਂਦੇ ਹੋ ਕਿ ਜਦ ਮੰਤਰ ਦੇ ਆਰਾਧਨ ਪਰ ਦੇਵਤਾ ਪ੍ਰਸੰਨ ਹੋ ਗਿਆ ਤਾਂ ਤੈਨੂੰ ਵਰ ਦੇਵੇਗਾ, ਜਿਸ ਪਰ ਉਹ ਭੁੱਲ ਜਾਂਦਾ ਹੈ ਕਿ ਜੋ ਤੁਹਾਡੇ ਕਹਿਣੇ ਕਰਕੇ ਉਹ ਕਰਮ ਕਰਨੇ ਆਰੰਭ ਕਰ ਦਿੰਦਾ ਹੈ। ਜਦ ਉਸ ਨੂੰ ਮੰਤਰ ਜੰਤਰ ਸਾਧਦੇ ਸਾਧਦੇ ਕੁਝ ਵੀ ਨਹੀਂ ਮਿਲਦਾ ਤਾਂ ਤੁਸੀਂ ਆਖਦੇ ਹੋ ਕਿ ਤੈਥੋਂ ਕੁਝ ਮਰਿਆਦਾ ਕਰਨ ਵਿੱਚ ਭੁੱਲ ਹੋ ਗਈ ਹੈ। ਇਸ ਵਾਸਤੇ ਦੇਵਤਾ ਪ੍ਰਗਟ ਨਹੀਂ ਹੋਇਆ ਜਾਂ ਤੈਨੂੰ ਵਰ ਨਹੀਂ ਦਿੱਤਾ, ਜਿਸ ਪਰ ਉਹ ਫਿਰ ਦੁਬਾਰਾ ਧਨ ਲੁਟਾਉਂਦਾ ਹੈ, ਜਿਸ ਦਾ ਫਲ ਅੰਤ ਨੂੰ ਇਹ ਹੁੰਦਾ ਹੈ ਜੋ ਕੰਗਾਲ ਹੋ ਜਾਂਦਾ ਹੈ ਔਰ ਤੁਸੀਂ ਉਸ ਦਾ ਪਿੱਛਾ ਛੱਡ ਕੇ ਕਿਸੇ ਹੋਰ ਧਨੀ ਦੇ ਮਗਰ ਜਾ ਪੈਂਦੇ ਹੋ। ਪਰੰਤੂ ਇਹ ਬ੍ਰਾਹਮਣ, ਤੂੰ ਇਤਨਾ ਤਾਂ ਸੋਚ ਕਿ ਜੇ ਇਹਨਾਂ ਮੰਤਰਾਂ ਜੰਤਰਾਂ ਅਤੇ ਤੰਤਰਾਂ ਵਿੱਚ ਕੁਝ ਵੀ ਸੱਤ ਹੋਵੇ ਤਾਂ ਇਹਨਾਂ ਦੇ ਕਰਨੇ ਵਾਲਾ ਆਪ ਹੀ ਬਾਦਸ਼ਾਹ ਹੋ ਕੇ ਬੈਠੇ, ਔਰ ਜੋ ਚਾਹੇ ਸੋ ਕਰੇ, ਫਿਰ ਉਹ ਦਰ ਦਰ ਭੀਖ ਕਿਉਂ ਮੰਗਦਾ ਫਿਰੇ। ਇਸ ਵਾਸਤੇ ਇਹਨਾਂ ਜੰਤਰਾਂ ਮੰਤਰਾਂ ਵਿੱਚ ਕੁਝ ਵੀ ਨਹੀਂ ਹੈ, ਕੇਵਲ ਲੋਕਾਂ ਦੇ ਠੱਗਣ ਲਈ ਪਖੰਡ ਰਚਨਾ ਹੈ, ਜਿਸ ਤੇ ਮੈਂ ਇਸ ਨੂੰ ਬੁਰਾ ਜਾਣਦੀ ਹਾਂ। ਇਸ ਜਗ੍ਹਾ ਜਦ ਅਸੀਂ ਇਸੇ ਰਾਜਕੁਮਾਰੀ ਦੇ ਦੇਵਤਾ ਪ੍ਰਤੱਖ ਕਰਨ ਵਾਲੇ ਝਗੜੇ ਪਰ ਗੁਰੂ ਜੀ ਦੇ ਦੇਵੀ ਪੂਜਣ ਦਾ ਵਿਚਾਰ ਕਰਦੇ ਹਾਂ ਔਰ ਦੇਖਦੇ ਹਾਂ ਕਿ ਉਹ ਕਿਹੜਾ ਸੰਮਤ ਸਾ, ਤਦ ਹਿਸਾਬ ਕਰਨ ਤੇ ਉਹ ਸਾਲ ਆ ਜਾਂਦਾ ਹੈ ਜਦ ਗੁਰੂ ਜੀ ਨੇ ਬ੍ਰਾਹਮਣਾਂ ਤੇ ਹਵਨ ਕਰਾਇਆ ਸੀ। ਕਿਉਂਕਿ ਸੰਮਤ 1753 ਬਿਕਰਮੀ ਵਿੱਚ ਇਹ ਚਰਿੱਤਰ ਬਣਾਏ ਹਨ ਔਰ ਉਸੇ ਸਾਲ ਬ੍ਰਾਹਮਣਾਂ ਨੇ ਦੇਵੀ ਪ੍ਰਗਟ ਕਰਨ ਲਈ ਸਮੱਗਰੀ ਤਿਆਰ ਕਰਾਉਣ ਦੀ ਬੇਨਤੀ ਕੀਤੀ ਸੀ। ਬਲਕਿ ਭਾਈ ਸੁੱਖਾ ਸਿੰਘ ਦੇ ਕਥਨਾਂ ਅਨੁਸਾਰ ਤਦ ਹਵਨ ਹੁੰਦਾ ਸੀ, ਕਿਉਂਕਿ ਉਹ 2.5 ਸਾਲ ਮਗਰੋਂ ਦੱਸਦੇ ਹਨ ਕਿ ਗੁਰੂ ਜੀ ਨੇ ਹਵਨ ਕੁੰਡ ਪਾਸ ਜਾ ਕੇ ਪੁੱਛਿਆ ਜੋ ਦੇਵੀ ਕਿਉਂ ਪ੍ਰਗਟ ਨਹੀਂ ਹੋਈ। ਸੋ ਜਦ 1755 ਵਿੱਚੋਂ 2.5 ਸਾਲ ਕੱਢ ਦਈਏ ਤਦ ਉਹ ਭਾਦਰੋਂ ਦਾ ਮਹੀਨਾ ਔਰ 1753 ਸੰਮਤ ਆ ਜਾਂਦਾ ਹੈ, ਜਿਸ ਤੇ ਸਿੱਧ ਹੁੰਦਾ ਹੈ ਕਿ ਉਸ ਵੇਲੇ ਗੁਰੂ ਜੀ ਇਸ ਤਰ੍ਹਾਂ ਦੀਆਂ ਕੁਤਰਕਾਂ ਦੀ ਰਚਨਾ ਕਰਕੇ ਬ੍ਰਾਹਮਣਾਂ ਦੇ ਦੇਵਤੇ ਪ੍ਰਤੱਖ ਕਰਨ ਲਈ ਪਖੰਡ ਦੱਸਦੇ ਸੀ। ਦੋਹਰਾ ਆਦ ਅੰਤ ਜਦ ਦੇਖੀਏ, ਅੱਛੀ ਤਰ੍ਹਾਂ ਵਿਚਾਰ, ਦੁੱਧੋਂ ਪਾਣੀ ਉਸ ਤੇ ਪਲ ਵਿੱਚ ਲੇਤ ਨਿਤਾਰ। ਇਸੀ ਚਰਿੱਤਰ ਸਮ ਕਰੀ, ਲੀਲਾ ਗੁਰ ਕੇ ਸਾਥ, ਮੰਤਰ ਜੰਤਰ ਧਨ ਬੰਚ, ਮੈਂ ਖੂਬ ਦਿਖਾਏ ਹਾਥ। ਭਾਵ ਜਦ ਅਸੀਂ ਗੁਰੂ ਜੀ ਦੇ ਬਿਰਤਾਂਤਾਂ ਨੂੰ ਅੱਛੀ ਤਰ੍ਹਾਂ ਵਿਚਾਰਦੇ ਹਾਂ ਤਦ ਇਸ ਰਾਜਕੁਮਾਰੀ ਵਾਲਾ ਸਾਰਾ ਹਾਲ ਠੀਕ ਪਾਉਂਦੇ ਹਾਂ ਔਰ ਜਾਣ ਸਕਦੇ ਹਾਂ ਕਿ ਗੁਰੂ ਜੀ ਨੇ ਇਹ ਪੇਸ਼ੀਨ ਗੋਈ ਜਾਣ ਕੇ ਕੀਤੀ ਸੀ, ਕਿਉਂਕਿ ਪਹਿਲੇ ਤਾਂ ਗੁਰੂ ਜੀ ਨਾਲ ਇਹ ਝਗੜਾ ਕਰਦੇ ਰਹੇ ਕਿ ਦੇਵਤਾ ਵਿਧਵਤ ਕਿਰਿਆ ਕਰਨ ਤੇ ਪ੍ਰਗਟ ਹੋ ਜਾਂਦਾ ਹੈ। ਜਦ ਗੁਰੂ ਜੀ ਨੇ ਆਖਿਆ ਕਿ ਕਰਕੇ ਦਿਖਾਓ ਤਦ ਸਿੱਧ ਕਰਨ ਵਾਲੇ ਵੱਡੇ ਵਿਦਿਆਵਾਨ ਪੰਡਤਾਂ ਦੇ ਹੋਣੇ ਦੀ ਢੁੱਚਰ ਡਾਈ। ਜਦ ਉਹ ਵੀ ਆ ਗਏ ਤਦ 1.25 ਲੱਖ ਰੁਪਈਏ ਦੀ ਸਮੱਗਰੀ ਮੰਗੀ, ਜੋ ਇੱਕ ਵੱਡੀ ਭਾਰੀ ਰਕਮ ਸੀ। ਫਿਰ ਜਦ ਉਹ ਵੀ ਮਨਜ਼ੂਰ ਹੋਈ ਤਦ 1.25 ਲੱਖ ਰੁਪਈਆ ਦੱਖਣਾ ਦਾ ਮੰਗਿਆ
ਅਰ ਮਨਜ਼ੂਰ ਕਰਵਾਇਆ। ਫਿਰ 1.25 ਲੱਖ ਦਾ ਬ੍ਰਾਹਮਣਾਂ ਨੂੰ ਯੱਗ ਦੱਸਿਆ, ਜਿਸ ਵਿੱਚ ਮਾਸ ਔਰ ਖੀਰ ਦੀ ਪ੍ਰੀਖਿਆ ਹੋਈ। ਉਸ ਤੇ ਮਗਰੋਂ ਨਦੀ ਦੇ ਕਿਨਾਰੇ ਹਵਨ ਕਰਨ ਦੀ ਜਗ੍ਹਾ ਬਣਾਉਣਾ ਆਖਿਆ, ਜੋ ਬਣਵਾ ਲਈ। ਉਸ ਜਗ੍ਹਾ ਪਰ ਜਦ ਹਵਨ ਹੋਣ ਲੱਗਾ ਤੇ 2.5 ਸਾਲ ਗੁਜ਼ਰੇ, ਕੁਝ ਨਾ ਹੋਇਆ। ਤਦ ਉੱਥੋਂ ਇਹ ਬਹਾਨਾ ਕਰਕੇ ਕਿ ਇੱਥੇ ਰੌਲਾ ਪੈਂਦਾ ਹੈ, ਕਿਤੇ ਇਕਾਂਤ ਸਥਾਨ ਚਲੀਏ। ਨੈਣਾ ਦੇਵੀ ਦੇ ਟਿੱਲੇ ਪੁੱਜੇ। ਉੱਥੇ ਜਾ ਕੇ ਗੁਰੂ ਜੀ ਦਾ ਸ਼ਿਕਾਰ ਖੇਲਣਾ ਹਟਾਇਆ ਅਤੇ ਅਹਿੰਸਾ ਪਰਮ ਧਰਮ ਬਤਾਇਆ। ਇਸ ਤੇ ਮਗਰੋਂ ਗੁਰੂ ਜੀ ਨੂੰ ਵੀ ਇਹ ਕਿਹਾ ਕਿ ਸਾਰੇ ਇੰਦਰੇ ਮਨ ਸਮੇਤ ਵਸ ਅਤੇ ਪਵਿੱਤਰ ਕਰਕੇ ਜਾਪ ਕਰੋ ਤਾਂ ਪ੍ਰਗਟੇਗੀ। ਸੋ ਵੀ ਕਰਨਾ ਪਿਆ। ਅਰ ਪਿਰਥੀ ਪਰ ਆਸਣ ਕੀਤੇ, ਘਰ ਬਾਹਰ ਛੱਡ ਦਿੱਤਾ। ਅਰ ਉੱਥੋਂ ਤੱਕ ਕਿ ਦੁੱਖਾਂ ਜਾਂ ਦੁੱਖ ਦਿੱਤਾ, ਜੋ ਭੋਜਨ ਵੀ ਛੁਡਾ ਦਿੱਤਾ। ਅੰਤ ਨੂੰ ਜਦ ਕੁਝ ਨਾ ਬਣਿਆ ਤਦ ਪੁੱਤਰਾਂ ਦੇ ਸੀਸ ਮੰਗੇ, ਜੋ ਇੱਕ ਓੜਕ ਦੀ ਗੱਲ ਸੀ, ਜਿਸ ਪਰ ਗੁਰੂ ਜੀ ਨੇ ਸਮਝ ਲੀਤਾ ਕਿ ਇਹ ਇਹਨਾਂ ਦਾ ਸਾਰਾ ਪਖੰਡ ਹੈ। ਅਰ ਭਾਈ ਸੁੱਖਾ ਸਿੰਘ ਦੇ ਕਥਨਾਂ ਅਨੁਸਾਰ ਇਹ ਆਖਿਆ ਕਿ ਆਪ ਜਿਤਨੇ ਸਿੱਖਾਂ ਦੇ ਸੀਸ ਚਾਹੁੰਦੇ ਹੋ ਸੋ ਲੈ ਲਵੋ। ਜਦ ਅੰਤ ਨੂੰ ਕੁਝ ਨਾ ਹੋਇਆ ਤਦ ਬੱਦਲਾਂ ਦੀ ਘਨ ਘੋਰ ਅਰ ਪਾਉਣ ਦਾ ਜ਼ੋਰ, ਜੋ ਚੇਤਰ ਦੇ ਮਹੀਨੇ ਅਕਸਰ ਹੁੰਦਾ ਹੈ, ਦੇਖ ਕੇ ਇਹ ਬਹਾਨਾ ਕਰਕੇ ਕਿ ਸਾਥੋਂ ਦੇਵੀ ਦਾ ਪ੍ਰਤਾਪ ਨਹੀਂ ਝੱਲਿਆ ਜਾਏਗਾ, ਪਹਾੜ ਦੇ ਹੇਠਾਂ ਉਤਰ ਆਏ, ਜਿਸ ਤੇ ਗੁਰੂ ਜੀ ਇਕੱਲੇ ਰਹਿ ਗਏ। ਜਿਨ੍ਹਾਂ ਦੇ ਇਸ ਛਲ ਪਰ ਗੁਰੂ ਜੀ ਮਹਾਰਾਜ ਨੂੰ ਅਤਿਅੰਤ ਹੀ ਕ੍ਰੋਧ ਆਇਆ ਅਰ ਤੇਗ ਹੱਥ ਵਿੱਚ ਲੈ ਕੇ ਪਹਾੜੀ ਦੇ ਨੀਚੇ ਉਤਰ ਆਏ ਅਤੇ ਸਭ ਡੇਰਾ ਵੀ ਉਸ ਜਗ੍ਹਾ ਤੇ ਉਠਾ ਕੇ ਅਨੰਦਪੁਰ ਲੈ ਜਾਂਦਾ। ਪਰੰਤੂ ਸਿੱਖਾਂ ਨੂੰ ਉਸ ਵਿਅਰਥ ਕੰਮ ਕਰਨ ਦੇ ਦਿਨਾਂ ਵਿੱਚ ਬਹੁਤ ਕਸ਼ਟ ਹੋਇਆ ਸਾ। ਇਸ ਵਾਸਤੇ ਉਹ ਸਾਰਾ ਗੁਦਾਮ ਜੋ ਉਸ ਡੇਰਾ ਦਾ ਬਾਕੀ ਸਾ, ਹੁਕਮ ਦਿੱਤਾ ਕਿ ਸਿੱਖਾਂ ਨੂੰ ਲੰਗਰ ਛਕਾ ਦੋ, ਜਿਸ ਪਰ ਵੱਡਾ ਭਾਰੀ ਯੱਗ ਹੋ ਗਿਆ ਅਰੇ ਆਪਣੀ ਸੰਗਤਾਂ ਨੂੰ ਛਕਾਇਆ। ਪਰੰਤੂ ਉਹ ਬ੍ਰਾਹਮਣ ਜੋ ਹਵਨ ਕਰਾਉਂਦੇ ਕਰਾਉਂਦੇ ਡਰ ਦੇ ਕੇ ਹੇਠਾਂ ਉਤਰ ਆਏ ਸਨ, ਸੋ ਬਾਗ ਵਿੱਚ ਜਿੱਥੇ ਉਹਨਾਂ ਦਾ ਅਸਲੀ ਡੇਰਾ ਸਾ ਭੁੱਖੇ ਬੈਠੇ ਰਹੇ। ਜਿਨ੍ਹਾਂ ਨੂੰ ਗੁਰੂ ਜੀ ਨੇ ਬੁਲਾਉਣਾ ਤਾਂ ਕਿਧਰੇ ਰਿਹਾ, ਪੁੱਛਿਆ ਵੀ ਨਾ। ਦੋਹਰਾ ਐਸੀ ਦੁਰਦਿਸ਼ ਦੇਖ ਕੇ ਤਦਿਓ ਵਿਪਰ ਲੋਗ, ਮਹਾ ਦੁਖੀ ਮਨ ਮਹਿ ਭਏ, ਵਰਤ ਗਿਆ ਮਨ ਸੋਗ। ਲੱਗੇ ਕਰਨ ਵਿਚਾਰ, ਮਨ ਭਇਆ ਨਿਰਾਦਰ ਪਹਾਰ, ਸਾਨੂੰ ਤਾਂ ਪੁੱਛਿਆ ਨਹੀਂ ਦੇਵਨ ਅੰਨ ਆਹਾਰ। ਮਨ ਵਿੱਚ ਗੁੱਸਾ ਖਾਏ ਕੇ ਗਏ ਗੁਰੂ ਦੇ ਪਾਸ, ਰੋਣਾ ਰੋਇਆ ਆਪਣਾ ਹੋ ਕੇ ਖਰੇ ਉਦਾਸ। ਭਾਵ ਜਦ ਗੁਰੂ ਜੀ ਮਹਾਰਾਜ ਨੇ ਉਹਨਾਂ ਨੂੰ ਭੋਜਨ ਲਈ ਵੀ ਨਾ ਪੁੱਛਿਆ, ਤਦ ਉਹ ਗੁਰੂ ਜੀ ਦੇ ਪਾਸ ਜਾ ਕੇ ਸ਼ਿਕਾਇਤ ਕਰਨ ਲੱਗੇ ਕਿ ਮਹਾਰਾਜ ਆਪਣੇ ਗਵਾਰਾ ਸ਼ੂਦਰ ਅਤੇ ਵੈਸ਼ਾਂ ਨੂੰ ਤਾਂ ਵੱਡ ਆਦਰ ਨਾਲ ਭੋਜਨ ਛਕਾ ਕੇ, ਅਰ ਅਸੀਂ ਬ੍ਰਾਹਮਣ ਜੋ ਭਗਵਾਨ ਦਾ ਮੁਖ ਹਾਂ ਭੁੱਖੇ ਬੈਠੇ ਰਹੇ, ਸਾਨੂੰ ਪੁੱਛਿਆ ਵੀ ਨਾ। ਇਸ ਦਾ ਉੱਤਰ ਗੁਰੂ ਜੀ ਮਹਾਰਾਜ ਨੇ ਵੱਡੀ ਧੀਰਜ ਨਾਲ ਉਹਨਾਂ ਨੂੰ ਦਿੱਤਾ ਅਰੇ ਆਖਿਆ ਕਿ ਸ਼ੂਦਰ ਵੈਸ਼ ਹੁਣ ਨਹੀਂ ਰਹੇ, ਕਿੰਤੂ ਇਹ ਮੇਰਾ ਰੂਪ ਹਨ ਅਰ ਮੈਂ ਇਹਨਾਂ ਦੇ ਬਲ ਨਾਲ ਬਹੁਤ ਕੁਝ ਕੰਮ ਕੀਤੇ ਹਨ। ਅਰ ਉਹ ਇਹ ਸਵਈਏ ਹਨ ਜੋ ਉਸ ਵੇਲੇ ਦੀ ਗਵਾਹੀ ਦਿੰਦੇ ਹਨ। ਯਥਾ ਸਵਈਏ ਪਾਤਸ਼ਾਹੀ 10ਵੀਂ। ਜੋ ਕੁਛ ਲੇਖ ਲਿਖਿਓ ਵਿਦਨਾ ਸੋਈ ਪਾਈਅਤ, ਮਿਸ਼ਰ ਜੂ ਸ਼ੋਕ ਨਿਵਾਰੋ। ਮੇਰੋ ਕੁਛ ਅਪਰਾਧ ਨਹੀਂ ਗਇਓ, ਯਾਦ ਤੇ ਭੂਲ ਨਾ ਕੋਪ ਚਿਤਾਰੋ। ਬਾਗੇ ਨਿਹਾਲੀ ਪਠੈ ਦਹਿਓ, ਤਾਜ ਭਲਾ ਤੁਮਕੋ ਨਿਹਚੈ ਜੀ ਧਾਰੋ। ਛਤਰੀ ਸਭੈ ਕ੍ਰਿਤ ਵਿਪਨਤ ਕੇ, ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ। ਸਵਈਆ ਜੁਧ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਅਗ ਓਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਹੁਨ ਧਾਮ ਭਰੇ। इन्हीं के प्रसाद सो विद्या लई, इन्हीं की कृपा सब छत्र मरे। इन्हीं की कृपा के सजे हम हैं, नहीं मोह से गरीब करोड़ परे। सवैया सेव करी इन्हीं की पहावत, और की सेव न सुहान न जी को। दान दयो इन्हीं को भलो, और आन को दान न लागत नी को। आगा फलै इन्हीं के दयो, जग में जास और दयो सब भी को। मोह ग्रह में
ਤਨ ਤੇ ਮਨ ਤੇ ਸਿਰ ਲਉ ਧਨ ਹੈ, ਸਭ ਹੀ ਇਨਹੀ ਕੋ। ਦੋਹਰਾ ਚਟ ਪਟਾਏ ਚਿਤ ਮੈਂ ਜਰਿਓ ਤ੍ਰਿਣ, ਜੇ ਕ੍ਰੁੱਧਤ ਹੋਏ ਖੋਜ ਰੋਜ ਕੇ ਹੇਤ ਲਗ, ਦਇਓ ਮਿਸ਼ਰ ਜੂ ਰੋਏ। ਇਹਨਾਂ ਸ਼੍ਰੀ ਮੁਖ ਵਾਕਾਂ ਦੇ ਪਾਇਆ ਜਾਂਦਾ ਹੈ ਕਿ ਉਹਨਾਂ ਬ੍ਰਾਹਮਣਾਂ ਨੂੰ ਜੋ ਇਹ ਉਮੀਦ ਸੀ ਕਿ ਸਾਨੂੰ ਧਾਮੇ ਚੁਕਾਉਣਗੇ ਔਰ ਵੱਡੀ ਵੱਡੀ ਭਾਰੀ ਦਖਣਾ ਦੇ ਕੇ ਵਿਦਾ ਕਰਨਗੇ, ਸੋ ਪੂਰੀ ਨਾ ਹੋਈ, ਬਲਕਿ ਗੁਰੂ ਜੀ ਨੇ ਉਹਨਾਂ ਨੂੰ ਬੁਲਾਇਆ ਵੀ ਨਾ। ਜਿਸ ਪਰ ਤੰਗ ਆ ਕੇ ਗੁਰੂ ਜੀ ਪਾਸ ਕੌੜੇ ਕੌੜੇ ਬਚਨ ਬੋਲਣ ਲੱਗੇ ਔਰ ਸਿੱਖਾਂ ਦੀ ਨਿੰਦਿਆ ਕੀਤੀ, ਜਿਸ ਨੂੰ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਇਤਨਾ ਕਹਿ ਕੇ ਟਾਲ ਦਿੱਤਾ ਕਿ ਸਾਡੇ ਤੁਸੀਂ ਯਾਦ ਨਹੀਂ ਰਹੇ, ਇਸ ਵਾਸਤੇ ਡੇਰੇ ਚੱਲੋ, ਤੁਹਾਨੂੰ ਉੱਥੇ ਹੀ ਅੰਨ ਤੇ ਬਸਤਰ ਪਹੁੰਚਾ ਦੇਵਾਂਗੇ। ਅਰੇ ਆਪ ਨੂੰ ਐਡਾ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਸੀਂ ਸਾਡੇ ਯਾਦ ਨਹੀਂ ਆਏ। ਇਸ ਤੇ ਬਿਨਾਂ ਇਹ ਵੀ ਆਖਿਆ ਕਿ ਜੋ ਤੁਹਾਡੇ ਨਸੀਬਾਂ ਵਿੱਚ ਸਾਹ ਤੁਹਾਨੂੰ ਮਿਲ ਗਿਆ ਹੈ, ਔਰ ਸਾਡਾ ਤਾਂ ਤਨ ਮਨ ਅਤੇ ਧਨ ਸਭ ਸਿੱਖਾਂ ਦਾ ਹੀ ਹੈ, ਔਰ ਇਹਨਾਂ ਦੇ ਪ੍ਰਤਾਪ ਨਾਲ ਅਸੀਂ ਸਭ ਮਨੋਰਥ ਸਫਲੇ ਕੀਤੇ ਹਨ, ਜਿਸ ਤੇ ਅਸੀਂ ਇਹਨਾਂ ਨੂੰ ਹੀ ਦਾਨ ਦੇਣਾ ਅੱਛਾ ਜਾਣਦੇ ਹਾਂ ਔਰ ਹੋਰ ਨੂੰ ਦੇਣਾ ਨਿਸਫਲ ਸਮਝਦੇ ਹਾਂ। ਜਿਸ ਉੱਤਰ ਨੂੰ ਸੁਣ ਕੇ ਉਹ ਮਿਸ਼ਰ ਇਸ ਤਰ੍ਹਾਂ ਜਲ ਬਲ ਗਿਆ ਜਿਸ ਤਰ੍ਹਾਂ ਅੱਗ ਲੱਗੀ ਤੇ ਕੱਖ ਬਲ ਉੱਠਦੇ ਹਨ। ਅਰੇ ਆਪਣਾ ਹਮੇਸ਼ ਦਾ ਰੋਜ਼ੀਨਾ ਬੰਦ ਹੋਇਆ, ਮੁੰਨ ਕੇ ਰੋਪਿਆ, ਹਮੇਸ਼ ਦਾ ਰੋਜ਼ੀਨਾ ਬੰਦ ਹੋਇਆ, ਸੁਣ ਕੇ ਰੋ ਪਿਆ ਅਰ ਨਿਰਾਸ਼ ਹੋ ਗਿਆ। ਜੇਕਰ ਦੇਵੀ ਪ੍ਰਗਟ ਹੁੰਦੀ ਬ੍ਰਾਹਮਣ ਕੋਲੋਂ ਭਾਈ ਅਰ ਗੁਰੂ ਜੀ ਦੀ ਤੇਗ ਉਸ ਤੋਂ ਵਾਰ ਕਰ ਉਥੇ ਪਾਈ, ਅਰ ਗੁਰੂ ਜੀ ਸੀ ਤੇਗ ਉਸ ਤੋਂ ਵਾਰ ਕਰ ਉਥੇ ਪਾਈ, ਤਾਂ ਇਹ ਹਾਲ ਬ੍ਰਾਹਮਣਾ ਕੇਰਾ ਕਿਉਂ ਹੁੰਦਾ ਉਸ ਵੇਲੇ। ਜੇ ਸਨ ਹੋਏ ਵਾਂਗ ਨਿਮਾਣਿਆ, ਜੇਕਰ ਦੇਵੀ ਪ੍ਰਗਟ ਹੁੰਦੀ ਬ੍ਰਾਹਮਣ ਕੋਲੋਂ ਭਾਈ ਅਰ ਗੁਰ ਜੀ ਸੀ ਤੇਗ ਉਸ ਥੋਂ ਵਾਰ ਕਰ ਉਥੇ ਪਾਈ, ਤਾਂ ਇਹ ਹਾਲ ਬ੍ਰਾਹਮਣਾ ਕੇਰਾ ਕਿਉਂ ਹੁੰਦਾ ਉਸ ਵੇਲੇ। ਜੇ ਸਨ ਹੋਏ ਵਾਂਗ ਨਿਮਾਣਿਆ, ਸਿਲੇ ਨਾ ਮਿਲੇ ਨਾ ਪੈਸੇ ਧੇਲੇ, ਅੱਗ ਵਾਂਗ ਕਿਉਂ ਤਪ ਕੇ ਹੁੰਦੇ ਉਸ ਖੁਸ਼ੀ ਦੇ ਅੰਦਰ, ਅਰ ਗੁਰ ਕਿਉਂ ਨਾ ਯਾਦ ਰੱਖਦੇ ਆਕਰ ਆਪਣੇ ਮੰਦਰ, ਫਿਰ ਕਿਉਂ ਘਰੋਂ ਰਵਾ ਕੇ ਕੱਢੇ ਜਿਨ ਦੇਵੀ ਪ੍ਰਗਟਾਈ, ਬੰਦ ਰੋਜ਼ੀਨਾ ਕਰਕੇ ਆਖਿਆ ਖਿਸਕੋ ਇੱਥੋਂ ਭਾਈ। ਜੇ ਦੇਵੀ ਕੁਝ ਪ੍ਰਗਟ ਹੁੰਦੀ ਤਾਂ ਇਹ ਮਿਸਰ ਸਾਰੇ ਫੁੱਲ ਫੁੱਲ ਕੇ ਅੱਗੇ ਬਹਿੰਦੇ, ਤਿਲਕ ਸਜਾ ਕੇ ਭਾਰੇ, ਗਿਣ ਗਿਣ ਕੇ ਉਹ ਲੈਂਦੇ ਮੋਹਰਾਂ, ਸਿਰੇ ਪਾਓ ਵੱਡ ਚੰਗੇ, ਖਾਲਸ ਖਾਲੀ ਕਿਉਂ ਫਿਰ ਜਾਂਦੇ। ਬਾਵੋਂ ਸੋ ਹੱਥ ਰੰਗੇ, ਖਾਲਸ ਖਾਲੀ ਕਿਉਂ ਫਿਰ ਜਾਂਦੇ, ਬਾਜੋਂ ਸੋ ਹੱਥ ਰੰਗੇ, ਤਾਤੇ ਜੋ ਕੁਛ ਖਾਣਾ ਸਾ ਤਿਨ ਇਸ ਹੀਲੇ ਸੇ ਪਾਂਦਾ, ਓੜਕ ਨੂੰ ਫਿਰ ਤੁਰਨਾ ਹੀ ਸੀ, ਪੁੱਛੇ ਬਾਜੋਂ ਪਾਂਦਾ, ਤਾਤੇ ਜੋ ਕੁਛ ਖਾਣਾ ਸਾ ਤਿਨ ਇਸ ਹੀਲੇ ਸੇ ਖਾਦਾ, ਓੜਕ ਨੂੰ ਫਿਰ ਤੁਰਨਾ ਹੀ ਸੀ, ਪੁੱਛੇ ਬਾਜੋਂ ਪਾਂਦਾ। ਪਿਛਲੀ ਕੀਤੀ ਮੌਜਾਂ ਨੂੰ ਉਹ ਯਾਦ ਕਰੇ ਕਰ ਭਾਉਂਦੇ, ਸਗੋਂ ਗਿਆ ਰੋਜ਼ੀਲਾ ਹੱਥੋਂ ਹੰਝੂ ਭਰ ਭਰ ਰੋਂਦੇ। ਦੋਹਰਾ ਇਸ ਤੇ ਸਾਬਤ ਹੋ ਗਿਆ ਪ੍ਰਗਟ ਭਇਆ ਨਾ ਕੋਏ, ਸਗੋਂ ਮਿਸ਼ਰ ਜੀ ਲੋਭ ਹੋ ਗਏ ਰੋਜ਼ੀਨਾ ਹੋਏ। ਜੇ ਕੁਛ ਪ੍ਰਗਟ ਹੋਵੰਦਾ ਉਸ ਵੇਲੇ ਵਿੱਚ ਆਏ, ਤਾਂ ਬਿਨ ਪੁੱਛੀ ਪਾਵੰਦੀ ਸਿੱਖਾਂ ਗਲੀ ਬੁਲਾਏ। ਜਦ ਇਸ ਝੂਠੀ ਬਾਤ ਨੇ ਕੀਤੇ ਸਿੱਖ ਮਰੋੜ, ਤਾਂ ਸੱਚੀ ਜੇ ਹੋਵੰਦੀ ਲੈਂਦੀ ਲਹੂ ਨਚੋੜ। ਦੁਰਗਾ ਭਗਤ। ਦੋਹਰਾ ਗੁਰੂ ਗ੍ਰੰਥ ਦੇ ਵਾਕ ਸੁਣ ਫੇਰ ਚਰਤ ਸੁਣ ਕੁਝ, ਦੇਵੀ ਪੂਜਣ ਨਹੀਂ ਸੀ ਸਮਝ ਪਈ ਹੈ ਮੁਝ, ਪਰ ਜਦ ਸਿਆਣੇ ਆਦਮੀ ਅਰ ਭਾਰੇ ਵਿਦਵਾਨ ਮੰਨ ਰਹੇ ਇਸ ਗੱਲ ਨੂੰ, ਫਿਰ ਕਿਉਂ ਕਹਾ ਤੂਫਾਨ।
ਇਹੋ ਜਿਹੇ ਖਿਆਲ ਜੋ ਉੱਠਣ ਮਨ ਦੇ ਮਾਏ, ਸੋ ਦੇਵੀ ਦੇ ਪੂਜਨੇ ਹਟਨੇ ਦੇਂਦੇ ਨਾਏ। ਇਸ ਦਾ ਵੀ ਕੁਝ ਦੱਸ ਦੇ, ਮੈਂ ਕਿਆ ਕਰਾਂ ਇਲਾਜ। ਭਗਤਾਂ ਦੇ ਮਗ ਤਜਦਿਆਂ ਮਨ ਨੂੰ ਆਵੇ ਲਾਜ। ਤਤ ਖਾਲਸਾ ਦੋਹਰਾ। ਬਦੋ ਬਦੀ ਦਾ ਛੱਡਣਾ ਚੰਗਾ ਨਹੀਂ ਮਿੱਤ, ਤਦ ਹੀ ਛੱਡੀ ਦੇਖ ਕੇ ਜਦੋਂ ਤੀਜੇ ਚਿੱਤ। ਹੁਣ ਮੈਂ ਦਿਆਂ ਗਵਾਈਆਂ ਚੰਗੇ ਪੁਰਖਾਂ ਕੇਰ, ਤਿਨ ਕੋ ਮਨ ਕਰ ਹਿਰਦੇ ਮੈਂ, ਨਾ ਤਿਨ ਕੋ ਸੁਣ ਕਰ ਹਿਰਦੇ ਮੈਂ, ਸਮਝੀ ਬੈਕੇ ਫੇਰ। 100 ਸਿਆਣਿਆਂ ਦੀ ਇੱਕ ਮਤ ਕਮਲਿਆਂ, ਆਪੋ ਆਪ ਮੂਰਖ ਆਖਿਆ ਮੰਨੀਏ, ਸਿਰ ਪਰ ਚੜਦਾ ਪਾਪ। ਹੁਣ ਮੈਂ ਦੱਸਾਂ ਤੁਧ ਨੂੰ ਜੋ ਭਾਈ ਗੁਰਦਾਸ, ਮਹਾ ਪਵਿੱਤਰ ਪੁਰਖ ਨੇ ਦੇਵੀ ਕਰੀ ਨਿਰਾਸ਼। ਭਾਈ ਗੁਰਦਾਸ ਦੀ ਬਾਣੀ। ਭਾਈ ਗੁਰਦਾਸ ਦੀ ਬਾਣੀ ਨੂੰ ਖਾਲਸਾ ਪੰਥ ਦੇ ਪ੍ਰੇਮੀ ਗੁਰਬਾਣੀ ਤੇ ਦੂਜੇ ਦਰਜੇ ਪਰ ਜਾਣਦੇ ਹਨ, ਅਰ ਸਾਥ ਹੀ ਇਹ ਵੀ ਆਖਦੇ ਹਨ ਕਿ ਗੁਰੂ ਦਾ ਹੁਕਮ ਹੈ ਜੋ ਭਾਈ ਗੁਰਦਾਸ ਜੀ ਦੀ ਬਾਣੀ ਸਿੱਖ ਸ਼ਰਧਾ ਨਾਲ ਪੜ੍ਹਨ। ਇਸ ਵਾਸਤੇ ਭਾਈ ਗੁਰਦਾਸ ਜੀ ਦੇ ਕਥਨਾਂ ਅਨੁਸਾਰ ਸਾਬਤ ਹੁੰਦਾ ਹੈ ਜੋ ਸਿੱਖਾਂ ਨੂੰ ਕੋਈ ਦੇਵੀ ਦੇਵਤਾ ਨਹੀਂ ਪੂਜਣਾ ਚਾਹੀਦਾ, ਅਰ ਜੋ ਪੂਜਦੇ ਹਨ ਸੋ ਸਿੱਧਕੀ ਸਿੱਖ ਨਹੀਂ ਹਨ। ਯਥਾ ਵਾਰ 21ਵੀਂ ਪੌੜੀ 15ਵੀਂ। ਤੀਰਥ ਲੱਖ ਕਰੋੜ ਪੂਰਬੀ ਨਾਵਣਾ, ਦੇਵੀ ਦੇਵ ਸਥਾਨ ਸੇਵ ਕਰਾਵਣਾ। ਜਪ ਤਪ ਸੰਜਮ ਲੱਖ ਸਾਧ ਸਿਧਾਵਣਾ, ਹੋਮ ਜਗ ਨਹੀਂ ਵੇਦ ਭੋਗ ਲਗਾਵਣਾ। ਵਰਤ ਨੇਮ ਲੱਖ ਦਾਨ ਕਰਮ ਕਮਾਵਣਾ, ਲਓ ਬਾਲੀ ਦਰਗਾਹ ਪਖੰਡ ਨ ਜਾਵਣਾ। ਇਸ ਪੌੜੀ ਵਿੱਚ ਭਾਈ ਸਾਹਿਬ ਜੀ ਨੇ ਪ੍ਰਗਟ ਕਰ ਦਿੱਤਾ ਹੈ ਕਿ ਤੀਰਥਾਂ ਪਰ ਜਾ ਕੇ ਪੁਰਬੀ ਦੇ ਸਮਾਂ ਪਰ ਕਰੋੜਾਂ ਇਸ਼ਨਾਨਾਂ ਕਰਕੇ ਅਰ ਦੇਵੀ ਦੇਵਤਿਆਂ ਦੇ ਸਥਾਨਾਂ ਪਰ ਜਾ ਕੇ ਉਹਨਾਂ ਦੀ ਸੇਵਾ ਅਰਥਾਤ ਪੂਜਾ ਕਰਨੀ, ਹੋਰ ਜਪ ਤਪ ਸੰਜਮ ਆਦਿਕ ਦੇ ਕਰਨੇ ਕਰਕੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਅਜਿਹੇ ਪਖੰਡ ਕਰਨ ਵਾਲਾ ਠੌਰ ਨਹੀਂ ਪਾਉਂਦਾ। ਜਦ ਭਾਈ ਗੁਰਦਾਸ ਜੀ ਜੋ ਗੁਰੂ ਦੇ ਪੂਰੇ ਸਿੱਖ ਸਨ, ਉਹ ਦੇਵੀ ਦੇ ਸਥਾਨ ਪਰ ਜਾ ਕੇ ਪੂਜਨੇ ਅਰ ਹਵਨ ਆਦਿਕ ਦੇ ਕਰਨ ਨੂੰ ਪਖੰਡ ਆਖਦੇ ਹਨ। ਤਦ ਖੁਦ ਗੁਰੂ ਜੀ ਮਹਾਰਾਜ ਕਦ ਇਸ ਪਖੰਡ ਨੂੰ ਨੈਣਾ ਦੇਵੀ ਜਾ ਕੇ ਕਰ ਸਕਦੇ ਸਨ। ਇਸ ਕੁਮਾਤ ਨਿਆਏ ਨਾ ਇਸ ਕੈਮੁੱਤ ਨਿਆਏ ਦੁਆਰੇ ਸਾਬਤ ਹੁੰਦਾ ਹੈ ਕਿ ਜੇ ਸਿੱਖਾਂ ਦੇ ਇਹ ਨਿਸ਼ਚੇ ਸਨ ਜੋ ਦੇਵੀ ਦਾ ਪੂਜਣਾ ਪਖੰਡ ਜਾਣਦੇ ਸਨ, ਫਿਰ ਗੁਰੂ ਕਿਸ ਤਰ੍ਹਾਂ ਇਹਨਾਂ ਪਖੰਡਾਂ ਪਰ ਨਿਸ਼ਚਾ ਕਰਦੇ। ਪੁਨः ਕਬਿਤ ਭਾਈ ਗੁਰਦਾਸ ਜੀ। ਜੈਸੇ ਪਤਿਵ੍ਰਤਾ ਪਰ ਪੁਰਖ ਨਾ ਦੇਖਿਓ, ਚਾਹੈ ਪੂਰਨ ਪਤਿਵ੍ਰਤਾ ਕੈ ਪਤੀ ਹੀ ਕੋ ਧਿਆਨ ਹੈ। ਸਾਰ ਸਰਤਾ ਸਮੁੰਦਰ ਚਾਤਰਿਕ ਨਾ ਚਾਹੈ ਕਾਹੂ, ਆਸ ਘਨ ਬੂੰਦ ਪ੍ਰੀय ਗੁਣਗਾਨ ਹੈ। ਦੇਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰੀय ਪ੍ਰਾਨ ਹੈ। ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ, ਪੈ ਸਹਿਜ ਸੁਭਾਵਨਾ ਅਵਗਿਆ ਅਭਿਮਾਨ ਹੈ। ਦੋਏ ਦਰਪਨ ਦੇਖੈ ਏਕ ਸੋ ਅਨੇਕ ਰੂਪ, ਦੋਏ ਨਾਵ ਪਾਵ ਧਰੈ ਪਹੁੰਚੇ ਨਾ ਪਾਰ ਹੈ। ਦੋਏ ਦਿਸ਼ਾ ਗਹੇ ਗਹਿ ਜੈਸੇ ਪਬ ਪਾਉ ਟੂਟੇ, ਦੋਹੇ ਦੁਰਾਚਿਤ ਹੋਏ ਭੂਲ ਪਗ ਧਾਰ ਹੈ। ਦੋਏ ਭੂਪ ਤਾਕੋ ਗਾਓ, ਪਰਜਾ ਨਾ ਮੁਖੀ ਹੋਏ ਪਰਜਾ ਨਾ ਸੁਖੀ ਹੋਏ। ਦੋਏ ਪੁਰਖਨ ਕੀਨ ਕੁਲਾ ਬਧੂ ਨਾਰ ਹੈ। ਗੁਰਸਿੱਖ ਹੋਏ ਆਨ ਦੇਵ ਸੇਵ, ਟੇਵ ਗਹਿ ਸਹਿਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਲੋਕ ਵੇਦ ਗਿਆਨ ਉਪਦੇਸ਼ ਹੈ, ਪਤਿਵ੍ਰਤਾ ਕੋ ਮਨ ਬਚ ਕਰਮ ਸੁਆਮੀ ਸੇਵਾ ਅਧਿਕਾਰ ਹੈ। ਨਾਮ ਇਸ਼ਨਾਨ ਦਾਨ ਸੰਜਮ, ਜਾਪ ਤਾਪ ਤੀਰਥ ਵਰਤ ਪੂਜਾ ਨੇਮ ਨਤਕਾਰ ਹੈ। ਹੋਮ ਜਗ ਭੋਗ ਨਹੀਂ ਵੇਦ ਨਹੀਂ, ਦੇਵੀ ਦੇਵ ਰਾਗ ਨਾਦ ਬਾਦ ਨਾ ਸੰਵਾਦ।
आन द्वार है, तैसे गुर सिखन में एक टेक ही प्रधान, अन ज्ञान ध्यान सिमरन विचार है। ਇਹਨਾਂ ਕਵਿਤਾਂ ਦੁਆਰੇ ਭਾਈ ਸਾਹਿਬ ਨੇ ਅੱਛੀ ਤਰ੍ਹਾਂ ਦ੍ਰਿਸ਼ਟਾਂਤਾਂ ਨਾਲ ਪ੍ਰਗਟ ਕਰ ਦਿੱਤਾ ਹੈ ਕਿ ਜੋ ਗੁਰੂ ਦਾ ਸਿੱਖ ਹੋ ਕੇ ਕਿਸੇ ਦੇਵੀ ਦੇਵਤੇ ਦਾ ਆਰਾਧਨ ਜਾਂ ਪੂਜਾ ਕਰੇਗਾ ਸੋ ਤਿਰਸਕਾਰ ਦੇ ਯੋਗ ਹੋਵੇਗਾ, ਅਰ ਜਮ ਦਾ ਡੰਡ ਸਿਰ ਪਰ ਸਹੇਗਾ। ਇਸ ਵਾਸਤੇ ਗੁਰੂ ਜੀ ਦੇ ਸਿੱਖਾਂ ਨੂੰ ਬਿਨਾਂ ਗੁਰੂ ਤੇ ਕਿਸੇ ਹੋਰ ਦਾ ਮੰਨਣਾ ਜਾਂ ਪੂਜਣ ਕਰਨਾ ਨਹੀਂ ਚਾਹੀਦਾ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।